ਅੱਜ ਇਹ ਕਹਿੰਦੇ ਵੀ ਅਕਾਲੀ ਨਾਲ ਵੀ ਵਰਤ ਕੇ ਦੇਖਿਆ ਮੈਂ ਪਾਰਟੀ 'ਚ ਰਹਿ ਕੇ ਤੇ ਕਾਂਗਰਸ ਵੀ ਰਹਿ ਕੇ ਦੇਖਿਆ ਜੀ। ਇਹਦਾ ਇੱਕ ਲੋੜ ਹੈ, ਜਦੋਂ ਪੰਜਵਾਂ ਟਾਇਰ ਦੀ ਲੋੜ ਹੈ ਲਾ ਲਓ, ਨਹੀਂ ਤਾਂ ਪਤਾ ਨਹੀਂ ਹਵਾ ਚੋਂ ਨਿਕਲ ਕੇ ਲੋੜ ਪੈਣ ਤੇ ਪਤਾ ਲੱਗਦਾ ਵੀ ਟਾਇਰ 'ਚ ਹਵਾ ਹੈਗੀ ਕਿ ਨਾ ਹੈਗੀ। 5 ਸਾਲ ਪਹਿਲਾਂ 10 ਸਾਲ ਸਪੀਡ ਬਾਲ ਕਰ ਗਿਆ, ਹੁਣ ਇਹ ਗੱਲ ਵੀ ਅਗਲੇ ਸਾਲ ਨੂੰ ਖੇਡਣ ਦੀ ਪਲਾਨ ਬਣਦੀ ਹੈ ਵੀ ਜੇ ਬਾਲ ਨਾ ਆਇਆ ਤਾਂ ਕੈਪਟਨ ਵੀ ਤਾਂ ਦੁਨਾ ਤਿੰਨ ਕਰਨੇ ਤੀਜੇ ਨੂੰ ਆਉਂ ਨਹੀਂ ਦਿੰਦੇ ਅੱਗੇ ਜੀ। पार्टी जो ना रखना इन्हों ने तो लोग आपने आप चल के जाएंगे भी आओ जी बाल साहब या वो कैप्टन साहब भी महाराज साहब तो चलो लोग का कहना थोड़ा बोलते हैं तो पूरे मतलब बोले लग जाते हैं। आपने जो जी गल देखी है हम तक का 4 साल का तजर्बा कढ़ के भावे कैप्टन साहब है भावे बाल साहब ये तो ही अमीर बंदे ने, कोई इन्हों गरीबों तक कोई सार नहीं भी साडा वर्कर है जोड़ा भी कि कास्ट कितने तुरा जा रहा है। विजेंद्र सिंह वाला ये जित के 5 साल मुड़ के लोगों ने साथ नहीं लेती, वो जोड़े लोग गुस्से सी नाराज सी वर्कर मन भराया सी उन्होंने वोट राही कढ़ना गुस्सा जी, वो वोट जी भगवंत मान पा गए, ये एमपी बन गए जी, वो अगे बंदे ने। इत्थे पंजाब दे विच 3 पार्टियां रही, हाँ जी, कांग्रेस, अकाली दल ते आम आदमी पार्टी। जे रही गल गठजोड़ टुट गया अकाली दल दा ते बीजेपी आ गई, 4 पार्टियां रही। असीं किस नूं चुणीए? मैं तो यह गल करदा भी जिहड़े हैगे पुराने बंदे नूं सारिआं नूं भी ढाल देना चाहिए। नवे मुंडे बेदाग ने, नवे मुंडिਆਂ ਨੂੰ ਜੇ ਪੰਜਾਬ ਦਾ ਸਵਾਰਨਾ ਹੈ ਜਾਂ ਪੰਜਾਬ ਨੂੰ ਅੱਗੇ ਲਿਆਉਣਾ ਹੈ ਤਾਂ ਨਵੇਂ ਮੁੰਡਿਆਂ ਨੂੰ ਪੂਰੇ ਲਿਆਉਣਾ ਚਾਹੀਦਾ। ਸਰਕਾਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਤੇ ਮੈਂ ਹਰਜਿੰਦਰ ਸਿੰਘ ਢਿੱਲੋਂ ਤੁਹਾਡੇ ਰੂਬਰੂ ਹੁੰਨਾ। ਸਾਡੇ ਨਾਲ ਅੱਜ ਮੌਜੂਦ ਨੇ ਅਜਿਹੇ ਸ਼ਖਸ ਜਿਨ੍ਹਾਂ ਨੇ ਜੇਲ੍ਹਾਂ ਵੀ ਕੱਟੀਆਂ, 1982 ਦੇਖੀ ਤੇ 1984 ਦੇਖੀ। ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ 2020 ਦੇ ਵਿੱਚ ਸੰਘਰਸ਼ ਸ਼ੁਰੂ ਹੋਇਆ, ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤੇ ਜੇ ਗੱਲ ਕਰੀਏ ਤਾਂ ਅੱਜ ਵੀ ਉਹ ਸੰਘਰਸ਼ ਦਾ ਇੱਕ ਹਿੱਸਾ ਬਣੇ ਹੋਏ ਨੇ ਜਥੇਦਾਰ ਰੂਪ ਸਿੰਘ ਜੀ। ਇਹਨਾਂ ਬਾਰੇ ਤੁਹਾਨੂੰ ਦੱਸ ਦਈਏ ਥੋੜਾ ਜਿਹਾ। ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ 14 ਤੋਂ 15 ਵਰ੍ਹੇ ਗੁਜ਼ਾਰੇ, ਸੰਤ ਲੌਂਗੋਵਾਲ ਦੇ ਨਾਲ ਤੇ ਐਮਐਲਏ ਕੁੰਦਨ ਦੇ ਨਾਲ 14 ਤੋਂ 15 ਵਰ੍ਹੇ ਗੁਜ਼ਾਰੇ ਨੇ। ਗੱਲਬਾਤ ਕਰਦੇ ਆਂਗੇ ਜਥੇਦਾਰ ਰੂਪ ਸਿੰਘ ਦੇ ਨਾਲ, ਉਹਨਾਂ ਦੇ ਘਰ ਬੈਠੇ ਸੀ ਅੱਜ। ਜਥੇਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸਾਹਿਬ ਆਪਾਂ ਗੱਲ ਉੱਥੇ ਹੀ ਕਰਦੇ ਹਾਂ। 1982 ਦੇ ਵਿੱਚ ਕਾਫੀ ਤੁਸੀਂ ਜੇਲ੍ਹਾਂ ਕੱਟੀਆਂ, ਕਾਫੀ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਹੋਗੇ। ਬਾਦਲ ਸਾਹਿਬ ਇੱਕ ਅਜਿਹੀ ਸ਼ਖਸ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ 5 ਵਾਰ ਮੁੱਖ ਮੰਤਰੀ ਦੇ ਅਹੁਦੇ ਦੇ ਉੱਪਰ ਰਹੇ ਨੇ। ਤੁਹਾਨੂੰ ਕੀ ਲੱਗਦਾ ਅੱਜ ਵਾਲੇ ਸੰਘਰਸ਼ ਨੂੰ ਦੇਖ ਕੇ ਉਸ ਸੰਘਰਸ਼ ਨੂੰ? ਦੇਖੋ ਜੀ, ਜਿਹੜੀ ਬਾਦਲ ਸਾਹਿਬ ਜੀ ਸੀ 5 ਸਾਲ ਜਿਹੜੇ ਹੈਗੇ ਉਹਨੇ ਪੰਜਾਬ ਬਾਰੇ ਜੀ ਲੜਾਈ ਬਹੁਤ ਲੜਿਆ ਜੀ। ਕਿਸਾਨ ਹੋਣ ਦੇ ਨਾਤੇ, ਅਕਾਲੀ ਦਲ ਦੇ ਹੋਣ ਦੇ ਨਾਤੇ ਉਹਨੂੰ ਇਹ ਚੀਜ਼ ਦਾ ਪਤਾ ਹੈ ਵੀ ਆਉਣ ਵਾਲੇ ਟਾਈਮ ਜਿਹੜਾ ਹੈਗਾ ਜੇ ਸਟੇਟ ਨੂੰ ਅਧਿਕਾਰ ਨਾ ਮਿਲੇ ਤਾਂ ਇੱਥੇ ਕੁਝ ਨਹੀਂ ਰਹਿਣਾ। ਉਹ ਜਿਹੜਾ ਅੱਜ ਦਾ ਸਮਾਂ ਹੈਗਾ ਕਿਸਾਨੀ ਦਾ, ਇਹ ਉਹੀ ਸੀ 1980 ਦਾ 81 ਦਾ। ਤੇ ਅੱਜ ਵੀ ਜਿਹੜੀ ਕਿਸਾਨਾਂ ਦਾ ਹੈਗਾ, ਜਿਹੜੇ ਅੱਜ ਤਰ੍ਹਾਂ ਦੇ ਜਿਹੜੇ ਹੈਗੇ ਕਰ ਰਹੇ ਨੇ, ਕਿਤੇ ਕਿਸਾਨਾਂ ਦਾ ਕਾਲੇ ਕਾਨੂੰਨ ਜਿਹੜੇ ਬਣਾਈ ਜਾਂਦੇ ਨੇ, ਕਿਸਾਨਾਂ ਤੋਂ ਜਿਹੜੀ ਜਾਇਦਾਦ ਆ ਉਹ ਹੋਈ ਜਾ ਰਹੀ ਹੈ ਤੇ ਨਵੇਂ ਜਿਹੜੇ ਹੈਗੇ ਅਰਬਾਂ ਖਰਬਾਂ ਪਤੀਆਂ ਨੂੰ ਲਿਆ ਰਹੇ ਨੇ ਇੱਥੇ ਤੇ ਇਸ ਤਰ੍ਹਾਂ ਇਹ ਤਾਂ ਦਿਹਾੜੀ ਤੇ ਕਰ ਦੇਣਗੇ ਸਾਰੇ ਕਿਸਾਨਾਂ ਜੀ। ਬਿਲਕੁਲ। ਤੁਸੀਂ 1982 ਦੀ ਗੱਲ ਕਰੀ ਤਾਂ 1982 ਦੇ ਵਿੱਚ ਕਿੰਨਾ ਕੁ ਤਸੱਦਦ ਚੱਲਿਆ, ਜਿਹੜਾ ਜੇਲ੍ਹਾਂ ਸੀ ਕਿੰਨੀ ਕੱਟੀ? ਜਿਹੜਾ ਜੀ ਮੈਂ ਤਕਰੀਬਨ ਸਾਡਾ ਸਾਰਾ ਹੀ ਪਰਿਵਾਰ ਪਹਿਲਾਂ ਲੁਧਿਆਣੇ ਮੈਂ ਬਾਦਲ ਸਾਹਿਬ ਨਾਲ ਰਿਹਾ ਜੀ। ਫਿਰ 1984 ਦੇ ਵਿੱਚ ਅਟੈਕ ਹੋਇਆ ਹਰਿਮੰਦਰ ਸਾਹਿਬ ਤੇ, ਤਾਂ ਉਦੋਂ ਪਹਿਲਾਂ ਮੈਂ ਦਿੱਲੀ ਤੇ ਹਟ ਗਿਆ ਤੇ ਰਹਿ ਗਿਆ ਬਰਤਨ 25 ਦਾ ਰਹਿ ਗਿਆ। ਫਿਰ ਕਾਨਪੁਰ ਜਿਹੜੀ ਤੋਂ ਘਰੋਂ ਚੱਕ ਕੇ ਲੈ ਗਏ। ਫਿਰ ਇਸ ਚੀਜ਼ ਦਾ ਹੋਇਆ ਸਾਡੇ ਤੇ ਝੂਠਾ ਕੇਸ ਵੀ ਸਟੇਸ਼ਨ ਦਾ ਪਿਆ। ਕਿਹੜੇ ਸਟੇਸ਼ਨ ਦੀ ਗੱਲ ਕਰਦੇ? ਤਵੇ ਦੀ ਜੀ। ਜੀ। ਕੀ ਉਹ ਕੇਸ ਦਾ ਕੀ ਸੀਗਾ ਜਿਹੜਾ ਤੁਹਾਡੇ ਤੇ ਝੂਠਾ ਪਾਉਣ ਦਾ ਵਜ੍ਹਾ? ਬਸ ਦਬਾਉਣ ਦਾ ਹੀ ਹੋਇਆ ਸੀ ਵੀ ਜਿਹੜੇ ਨਵੇਂ ਮੁੰਡੇ ਆ ਜੀ ਚੀਜ਼ ਦਾ ਯੂਥ ਨੂੰ ਕਿਵੇਂ ਨਾ ਕਿਵੇਂ ਸਾਨੂੰ ਦਬਾਇਆ ਜਾਵੇ ਜੀ। ਸਰਕਾਰ ਦੀ ਅੱਜ ਵੀ ਉਹੀ ਪਾਲਸੀ ਹੈ, ਉਦੋਂ ਵੀ ਚੱਲਦੀ ਹੈ ਤੇ ਅੱਜ ਵੀ ਕਿਸਾਨਾਂ ਦੇ ਜਿਹੜੇ ਆ ਮੁੰਡੇ ਚੱਲਦੇ ਆ, ਜਿਹੜੇ ਲੱਕੀ ਸਿਧਾਣੇ ਲੱਗੇ ਆ। ਦੀਪ ਸਿੱਧੂ ਹੋ ਗਿਆ ਵੀ ਮੁੰਡੇ ਜਿਹੜੇ ਹੈਗੇ ਗਾਹਾਂ ਸਾਤੋਂ ਅਧਿਕਾਰ ਨਾ ਮੰਗਣ। ਤੇ ਇਹ ਤਾਂ ਜੀ ਇੱਕ ਮੈਂ ਹਰਜਿੰਦਰ ਜੀ ਹੋਰ ਵੀ ਗੱਲ ਦੱਸਣੀ ਚਾਹੁੰਦਾ ਜੀ ਵੀ ਜਿਹੜੇ ਦੇਸ਼ ਆਜ਼ਾਦ ਹੋਇਆ ਸੀ ਉਦੋਂ ਵੀ ਕਿਤੇ ਆ ਹਰੀ ਕ੍ਰਾਂਤੀ ਜਿਹੜੀ ਲਿਆਂਦੀ ਸੀ ਤਾਂ ਸ਼ਹੀਦੇ ਭਗਤ ਸਿੰਘ ਨੇ ਲਿਆਂਦੀ ਸੀ। ਅੱਜ ਵੀ ਹੈਗੇ ਯੋਧੇ, ਉਹਨਾਂ ਨੂੰ ਦਬਾਉਣ ਦੀ ਉਦੋਂ ਵੀ ਕੋਸ਼ਿਸ਼ ਸੀ ਤੇ 80-81 ਦੇ ਵਿੱਚ ਵੀ ਧਰਮ ਯੁੱਧ ਮੋਰਚੇ ਵੀ ਦਬਾਉਣ ਦੀ ਕੋਸ਼ਿਸ਼ ਸੀ ਤੇ ਅੱਜ ਕਿਸਾਨਾਂ ਦੇ ਵਿੱਚ ਵੀ ਨਵੇਂ ਮੁੰਡਿਆਂ ਨੂੰ ਦਬਾਉਣ ਦੀ ਕੋਸ਼ਿਸ਼ ਸੀ।
ਪਰ ਜੇ ਅੱਜ ਦੀ ਗੱਲ ਕਰਦੇ ਹਾਂ ਜਥੇਦਾਰ ਸਾਹਿਬ, ਤੁਸੀਂ ਉਹ ਸੰਘਰਸ਼ਾਂ ਦੇ ਵਿੱਚੋਂ ਰਹੇ ਹੋ, ਸਿਆਸਤ ਦੇ ਵਿੱਚੋਂ ਲੰਘੇ ਹੋ, ਜੇ ਅੱਜ ਦੀ ਗੱਲ ਕਰਦੇ ਹਾਂ, ਅੱਜ ਤਾਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਆਪਣਿਆਂ ਵੱਲੋਂ ਹੀ ਦਬਾਇਆ ਜਾ ਰਿਹਾ ਹੈ। ਨਹੀਂ ਜੀ, ਹੁਣ ਤਾਂ ਉਹ ਹੈ ਵੀ ਜਿਹੜਾ ਅੱਜ ਬਜ਼ੁਰਗ ਹੈ ਜਿਹੜੇ ਹਰੇਕ ਦੇ ਘਰ ਦੇ ਵਿੱਚ ਕੀ ਹੈ, ਮੈਂ ਕਹਿੰਦਾ ਮੇਰਾ ਪੋਤੇ ਪੋਤੀਆਂ ਨੂੰ ਅੱਗੇ ਆਉਣਾ ਚਾਹੀਦਾ, ਪਰ ਜਿਹੜੀ ਸਾਡੀ ਸੌੜੀ ਹਿੱਤ ਹੈ, ਸਾਡੀ ਮਾੜੀ ਸੋਚ ਹੈ, ਅਸੀਂ ਬੱਚਿਆਂ ਨੂੰ ਸਭ ਅੱਗੇ ਲਾ ਕੇ ਮੂਹਰੇ ਉੱਚਾ ਟਿਕਣਾ ਚਾਹੀਦਾ। ਤਾਂ ਜਿੱਥੇ ਸਾਡਾ ਸਾਹ ਬੱਧੀ ਦਾ ਕੰਮ ਹੈ, ਤਾਂ ਜਿੱਥੇ ਇਹ ਛੇਤੀ ਕੰਮ ਕਰ ਸਕਦੇ ਆ, ਮਿਹਨਤ ਕਰ ਸਕਦੇ ਆ, ਸਾਡੀ ਤਰੱਕੀ ਲਿਆ ਸਕਦੇ ਆ ਦੇਸ਼ ਨੂੰ ਜੀ। ਤਾਂ ਸਾਡੇ ਜਿਹੜੇ ਨਵੇਂ ਮੁੰਡੇ ਆ, ਨੌਜਵਾਨ ਹੈ, ਬੇਦਾਗ ਹੈ, ਸਭ ਕਹਿੰਦਾ ਤੇ ਸਾਨੂੰ ਸੱਚ ਕਰਨ ਦੀ ਬਜਾਏ ਤਾਂ ਸਾਨੂੰ ਇਹਨਾਂ ਨੂੰ ਸਾਬਣਾ ਦੇਣੀ ਚਾਹੀਦੇ। ਅੱਜ ਜੇ ਗੱਲ ਕਰਦੇ ਹਾਂ ਤੁਹਾਡੀ ਜ਼ਿੰਦਗੀ ਬਾਰੇ, ਤਾਂ ਕਿੰਨੀਆਂ ਪ੍ਰਾਪਤੀਆਂ ਕਰੀਆਂ ਜ਼ਿੰਦਗੀ ਦੇ ਵਿੱਚ? ਸਿਆਸਤ ਦੇ ਵਿੱਚ ਵੀ ਰਹਿ ਕੇ ਆ ਗਏ, ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਰਹੇ ਹਾਂ ਤੁਸੀਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਉਹ ਚਿਹਰੇ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਫੇਮਸ ਹੈ। ਦੇਖੋ ਜੀ, ਇੱਕ ਤਾਂ ਜਿਹੜੀ ਹੈਗੀ ਰਹਿਮ ਦੀ ਗੱਲ ਹੁੰਦੀ ਜੀ, ਬਚਪਨ ਤੋਂ ਹੀ ਮੈਂ ਰਹਿਮੀ ਭਾਵਨਾ ਨਾਲ ਦੇਖਦਾ। ਤੇ ਦੂਜੀ ਗੱਲ ਜਿਹੜੀ ਹੈਗੀ ਪ੍ਰਾਪਤੀਆਂ ਦੀ ਗੱਲ, ਮੇਰੀ ਇੰਨੇ ਲੀਡਰ ਨਾਲ ਹੋਣ ਦੇ ਬਾਵਜੂਦ ਵੀ ਕਿਤੇ ਮੈਂ ਬਹੁਤੀ ਤਾਕਤ ਨਹੀਂ ਵਰਤੀ। ਅੱਜ ਵੀ ਜਿਹੜਾ ਹੈਗਾ ਮੈਂ ਨਸ਼ਾ 2.5 ਕਿੱਲੇ ਸੌਕਾਂ ਪਾਰਟੀ ਵਿਸਾਂ, ਲੋਕ ਤਾਂ ਕਮਾਉਂਦੇ ਨੇ, ਸਾਡੇ 2.5 ਕਿੱਲੇ ਮੈਂ ਪਾਰਟੀ ਵਿਸਾਂ ਲਾਏ ਨੇ। ਤੁਸੀਂ 2.5 ਕਿੱਲਿਆਂ ਦੀ ਗੱਲ ਕਰੀ ਆ, ਬੈ ਕੀਤੇ ਆ, ਪਰ ਜੇ ਗੱਲ ਕਰੀਏ ਬਾਦਲ ਸਾਹਿਬ ਵਰਗਿਆਂ ਨੇ ਜਿਹੜੇ ਮਹਿਲ ਉਹ ਸਾਰ ਲਏ, ਤੁਹਾਨੂੰ ਦੇਖੋ ਜੀ ਉਹਨਾਂ ਦੀ ਜਿਹੜੀ ਹੈਗੀ, ਉਹਨਾਂ ਦੀ ਆਪਦੀ ਹੈਗਾ ਖਾਦ, ਕਿਸੇ ਦਾ ਆਪਾਂ ਕਰਦੇ ਹਾਂ, ਕਿਸੇ ਦਾ ਨਹੀਂ ਕਹਿੰਦਾ। ਇਹ ਤਾਂ ਦੇਖੋ ਕਿਸੇ ਦਾ ਇਮਾਨਦਾਰ ਹੈ, ਕਿਸੇ ਦੇ ਆਪਾਂ ਨਹੀਂ ਢੁਕਦੇ ਨਹੀਂ। ਮੈਂ ਤਾਂ ਇਹ ਜਿਹਾ ਬੰਦਾ ਹੈ ਵੀ ਜ਼ਿੰਦਗੀ 'ਚ ਭੁੱਖਾ ਰਹਿ ਸਕਦਾ। ਆ ਮੇਰੇ ਨਾਲ ਦੇ ਮੁੰਡੇ ਤੇ ਕਹਿੰਦੇ ਜੀ ਭੁੱਖੀ ਵਿੱਚ ਗਿਆ ਇਹ ਕਰਕੇ ਬਲਾ ਨਾ ਕਰਕੇ, ਮੈਂ ਨਹੀਂ ਇਸ ਗੱਲ ਕਰਦਾ। ਮੈਂ ਇਹ ਜਿਹਾ ਬੰਦਾ ਹੈ ਵੀ ਜੇ ਰੋਟੀ ਘਰ ਦੀ ਖਾਣੀ ਆ, ਮਾਂ ਪਿਓ ਦੀ ਜਾਂ ਪਿੰਡ ਦੀ, ਅੱਜ ਮੈਂ ਸਰਪੰਚ ਹਾਂ ਪਿੰਡ ਦਾ, ਮੇਰੀ ਪਿੰਡ ਦੇ ਪ੍ਰਤੀ ਹੁਣ ਵੀ ਪੂਰੀ ਐਟੀਟਿਊਡ ਦਾ ਜ਼ਰੂਰ ਹੈ ਵੀ ਪਿੰਡ ਦੀ ਆਨ ਸ਼ਾਨ ਨੂੰ ਵਧਾਉਣਾ ਨਾ ਕਿ ਘਟਾਉਣਾ। ਨਹੀਂ ਆਸੇ ਪਾਸੇ ਪਿੰਡਾਂ 'ਚ ਚਿੱਟਾ ਵੇਚਦੇ ਜੀ, ਸ਼ਰਾਬ ਵੇਚੀ ਜਾਂਦੇ ਆ, ਨਸ਼ੇ ਪੱਤੇ ਵੇਚੀ ਜਾਂਦੇ, ਮੈਂ ਕਿਉਂ ਨਾ ਵੇਚ ਸਕਦਾ। ਪਰ ਇਸ ਗੱਲ 'ਤੇ ਮੇਰੇ ਪਿੰਡ ਦੀ, ਸਾਡੇ ਮੌੜਾਂ ਦੀ ਤੇ ਮੇਰੇ ਮਾਂ ਪਿਓ ਦੀ ਜਿਹੜੀ ਹੈਗੀ ਬਦਨਾਮੀ ਹੈ। ਤੁਹਾਨੂੰ ਕਦੇ ਨਾ ਕਦੇ ਜਾ ਕੇ ਬਾਦਲ ਸਾਹਿਬ ਨੇ ਆ ਕੇ ਇਹ ਤਾਂ ਨਹੀਂ ਕਿਹਾ ਵੀ ਯਾਰ ਤੁਸੀਂ ਇੰਨੀ ਮਿਹਨਤ ਕਰਦੇ ਹੋ, ਮੇਰੇ ਤੋਂ ਮੰਗੋ ਕੀ ਮੰਗਦੇ ਹੋ? ਨਹੀਂ ਜੀ, ਨਹੀਂ ਕਿਤੇ ਹੁੰਦੇ ਗੱਲਾਂ ਕਰਦੇ ਜੀ ਲੀਡਰ ਦੇ। ਤੁਸੀਂ ਕਦੋਂ ਅਕਾਲੀ ਦਲ ਕਿਉਂ ਛੱਡਤਾ ਫਿਰ? ਅੱਜ ਅਕਾਲੀ ਦਲ ਤਾਂ ਇਹ ਜਿੱਧਰ ਜਿਹੜੇ ਛੱਡਣ ਦੀ ਗੱਲ ਚੱਲਦੀ ਸੀ ਨਾ, ਪਾਰਟੀ ਦੇ ਢੀਂਗ ਦਾ ਤਾਂ ਗਰੁੱਪ ਤੇ ਇਹ ਨਹੀਂ ਸੀ ਚਾਹੁੰਦਾ ਵੀ ਬਾਦਲ ਸਾਹਿਬ ਨੂੰ ਜਿਹੜੇ ਸੰਗਰੂਰ ਚੋਂ ਕੋਈ ਬੰਦੇ ਸਿੱਧੇ ਡਾਇਰੈਕਟਰ ਬਣਾਉਂਦੇ। ਸਾਡੀ ਜਦੋਂ ਕੋਈ ਗੱਲ ਚੱਲਦੀ ਸੀ ਤੇ ਜੀ ਬਤੌਰ ਪਾਸੇ ਸਿੱਧੀ ਸਾਡੇ ਤਾਰਾਂ ਜੁੜੀਆਂ ਸੀ ਢੀਂਗ ਪਾਸ ਜੀ, ਤੇ ਉਹਨਾਂ ਦੇ ਵੀ ਸਾਡੇ ਜਾਂਦੇ ਸੀ ਕੋਠੀ 'ਚ, ਤੇ ਉਹ ਆਉਂਦੇ ਵੀ ਸੀ, ਸਾਨੂੰ ਸੁਨੇਹਾ ਮਿਲਦਾ ਜਿੱਥੇ ਕਹਿੰਦੇ ਸੀ ਉੱਥੇ ਜਾਂਦੇ ਸੀ, ਜਿੱਥੇ ਅਸੀਂ ਕਹਿੰਦੇ ਸੀ ਉੱਥੇ ਉਹ ਆ ਜਾਂਦੇ ਸੀ। ਇਹਦੇ 'ਚ ਕੋਈ ਗਰੰਤੂ ਵਾਲੀ ਗੱਲ ਨਹੀਂ ਵੀ ਉਹਨਾਂ ਨੇ ਸਾਡਾ ਇਸ ਤਰ੍ਹਾਂ ਕੀਤਾ ਹੈ। ਠੀਕ ਹੈ ਵੀ ਉਹ ਬੰਦੇ ਸਾਈ ਹੈ ਜਾਂ ਤਾਂ ਪੈਸੇ ਵਾਲੇ ਨੇ, ਅਸੀਂ ਵਰਕਰ ਛੋਟੇ, ਉਹਨਾਂ ਦੇ ਕੁਝ ਵੀ ਨਹੀਂ ਦਿੱਤਾ ਬਰਾਬਰ ਦੇ, ਉਹਨਾਂ ਦੇ ਗੱਡੀਆਂ ਨੇ ਇਹਨਾਂ ਟਾਇਰੀ ਹੋ ਜਿੰਨੀ ਮੇਰੇ ਕੋਲ ਪਹੁੰਚੀ ਜੀ। ਅੱਜ ਜੇ ਕਦੇ ਮਿਲ ਜਾਣ ਖੜੇ ਬਾਦਲ ਸਾਹਿਬ ਤਾਂ ਮਿਲਣਗੇ ਭੱਜ ਕੇ ਜੱਫੀ ਪਾ? ਮੈਂ ਕਹਿੰਦਾ ਜੀ ਇਹ ਜਿਹੜੀ ਅੱਜ ਦੀ ਗੱਲ ਦੱਸਦੇ ਹੋ ਤੁਹਾਨੂੰ, ਬਾਦਲ ਸਾਹਿਬ ਨਾਲ ਢੀਂਡਸਾ ਸਾਹਿਬ ਤੋਂ ਜਾ ਕੇ ਗੱਲ ਕਰੋ। ਢੀਂਡਸਾ ਸਾਹਿਬ ਬਾਈ ਨੇਮ ਜਾਣਦੇ, ਜਦੋਂ ਲਿਆਉਣ ਚ ਢਿਲਮਾਂ ਦੇ ਵਿੱਚ ਆਪਣੇ ਸਭ ਤੋਂ ਪਹਿਲਾਂ ਜਦੋਂ ਬਰਨਾਲੇ ਜਾ ਤੇ ਬਾਦਲ ਸਾਹਿਬ ਨੇ ਆਪਸ ਵਿੱਚ ਵਿਧਾਨ ਸਭਾ 'ਚ ਬੱਕੋ ਬੱਕ ਬਣਾਏ ਸੀ, ਸਭ ਤੋਂ ਪਹਿਲਾਂ ਢੀਂਡਸੇ ਨੂੰ ਲੈ ਕੇ ਆਇਆ ਸੀ ਮੈਂ ਜੀ ਆਪਣੇ ਸਕੂਲ 'ਚ ਜੀ। ਤੇ ਉਸ ਤੋਂ ਬਾਅਦ ਇਹ ਜੀ ਜਾਂਦੇ ਆਉਂਦੇ ਵੀ ਰਹੇ, ਇਕੱਠੇ ਪਾਰਟੀਆਂ 'ਚ ਵੀ ਕੰਮ ਕਰਦੇ ਰਹੇ ਆ, ਪਰ ਉਹਨਾਂ ਨੂੰ ਇਹ ਸੀ ਵੀ ਸਾਡੇ ਅਧੀਨ ਚੱਲੇ ਕੋਈ ਬੰਦਾ, ਪਰ ਇਹ ਸੀ ਕੋਈ ਠੱਗੀ ਚੋਰੀ ਨਹੀਂ ਸੀ ਕਰਨੀ, ਕਿਸੇ ਕਿਸਮ ਦੀ ਹੋਰ ਨਹੀਂ ਸੀ ਕਰਨੀ, ਜਾਂ ਪਾਰਟੀ ਪ੍ਰਤੀ ਕੰਮ ਕਰਦੇ ਨੇ। ਤੇ ਅੱਜ ਵੀ ਮੈਂ ਜਿਹੜਾ ਹੈਗਾ ਕਾਂਗਰਸ ਦਾ ਗਿਆ ਇੱਥੇ ਵੀ ਬਾਈ ਨੇ ਜਦੋਂ ਉਹਨਾਂ ਨੇ ਕੀਤਾ ਤਾਂ ਬਾਦਲ ਸਾਹਿਬ ਜੇਲ੍ਹ 'ਚ ਚਲੇ ਗਏ ਜੀ। ਅਸੀਂ ਕਿਸੇ ਦੇ ਲੜ ਲੱਗਣਾ ਦਿੱਤਾ, ਕੈਪਟਨ ਸਾਹਿਬ ਦੇ ਨੇੜੇ ਚਲੇ ਗਏ। ਕੈਪਟਨ ਸਾਹਿਬ ਦੇ ਜਦੋਂ ਅਸੀਂ ਦੇਖਿਆ ਉੱਥੇ ਇਕੱਠੇ ਦੇ, ਹੁਣ ਵੀ ਕੈਪਟਨ ਦੇ ਕੋਈ ਹੈਗੀ ਵੀ ਇਸ ਤਰ੍ਹਾਂ ਦਾ ਵੀ ਵਰਕਰਾਂ ਦੀ ਕਦਰ ਕਰਦੇ ਆ, ਪਰ ਉਹਨਾਂ ਦਾ ਜਿਹੜਾ ਹੈਗਾ ਫਰਕ ਪੈ ਗਿਆ। ਉਦੋਂ ਤੇ ਮਿਲਦੀ ਚ ਅੱਜ ਦਾ ਦਿਨ ਦਾ ਅਸਮਾਨਤਾ ਪੈ ਗਿਆ। ਕਿਸ ਤਰ੍ਹਾਂ ਦਾ ਫਰਕ ਪੈ ਗਿਆ? ਫਰਕ ਤਾਂ ਇਹ ਪੈ ਗਿਆ ਜੀ, ਉਦੋਂ ਰੁਝੇਵੇਂ ਨਹੀਂ ਸੀ, ਜਦੋਂ ਮਿਲਦੇ ਸੀ ਮਹਿਲ 'ਚ ਮਿਲਦੇ ਸੀ, ਸਾਨੂੰ ਹਿਮਾਚਲ 'ਚ ਵੀ ਫਾਰਮਾਂ 'ਤੇ ਮਿਲ ਜਾਂਦੇ ਸੀ। ਅੱਜ ਇਹਨਾਂ ਦਾ ਘੱਟੋ ਘੱਟ ਸੁਰੱਖਿਆ ਇੰਨੀ ਹੋ ਗਈ ਤੇ ਕੁਛ ਰੁਝੇਵੇਂ ਹੈਗੇ ਬਾਅਦ 'ਚ। ਹੁਣ ਜਿਹੜੇ ਉਹਦੇ ਪੀਏ ਸੀਗੇ ਜਾਂ ਨੇੜਲਾ ਆਦ ਵਾਲਾ ਤਾਂ ਬਹੁਤ ਦੂਰ ਦੀ ਰਹੀ ਗੱਲ ਜੀ, ਨੇੜੇ ਨਹੀਂ ਲੱਗ ਸਕਦੇ ਸੀ, ਮਿਲ ਨਹੀਂ ਸਕਦੇ। ਤੇ ਬਾਕੀ ਬੰਦਾ ਭੁੱਲ ਵੀ ਜਾਂਦਾ ਪੈਸੇ ਵਾਲਾ, ਤਾਕਤ ਜਾ ਕੇ ਬੰਦਾ ਜੀ। ਤੇ ਉਦੋਂ ਮਾੜੇ ਦਿਨਾਂ ਦੀ ਜਦੋਂ ਅਸੀਂ ਜਾਂਦੇ ਰਹੇ ਤੇ ਕੋਟ ਸੁਵੀਰ ਕਿੰਨੀ ਤੇ ਆਪਣੇ ਜ਼ਿਲ੍ਹੇ 'ਚ ਇੱਥੇ ਢੀਂਡਸਾ ਤੇ ਉਦੋਂ ਗੁਰਦੇਵ ਸਿੰਘ ਬਾਦਲ ਇਲੈਕਸ਼ਨ ਲੜਦੇ ਸੀ, ਉਦੋਂ ਅਸੀਂ ਆਪ ਨਾਲ ਖੜੇ ਤਲਵੰਡੀ ਸਟੇਜ ਤੇ ਕਬਜ਼ਾ ਕਰ ਲਿਆ ਸੀ, ਖੜਪਨ ਦੇ ਚੱਲੇ ਜਦੋਂ ਉਦੋਂ ਤਾਂ ਅਸੀਂ ਉਦੋਂ ਸਭ ਤੋਂ ਮੂਹਰੇ ਸੀ ਕੈਪਟਨ ਦੇ ਨਾਲ ਜੀ।
ਤੇ ਆਉਂਦੀ ਆ ਯਾਦ ਉਹ ਚੀਜ਼ਾਂ ਦੀ ਵੀ ਜਾਂ ਤਾਂ ਜ਼ਿੰਦਗੀ 'ਚ ਭੁੱਲ ਹੀ ਨਹੀਂ ਸਕਦੇ ਜੀ। ਰਜਿੰਦਰ ਜੀ ਮੇਰੇ ਜੇ ਮਰਦੇ ਦਮ ਤੱਕ ਜਿੱਥੇ ਜਿੱਥੇ ਵੀ ਪੈਰ ਧਰਿਆ, ਜਿੱਥੇ ਜਿੱਥੇ ਗਏ ਆ, ਔਰ ਜ਼ਿੰਦਗੀ 'ਚ ਕਿਤੇ ਭੁੱਲ ਹੀ ਨਹੀਂ ਸਕਦਾ ਬੰਦਾ ਹੈ। ਤੁਸੀਂ ਖਾੜਕੂ ਲਹਿਰ ਦੀ ਗੱਲ ਕਰੀਏ ਵੀ ਸਟੇਜ ਤੇ ਕਬਜ਼ਾ ਕਰਿਆ, ਕਿੰਨਾ ਨੇ ਕਰਿਆ ਸੀ ਕਬਜ਼ਾ, ਕਦੋਂ ਕਰਿਆ, ਕੀ ਉਹ ਤਾਂ ਇਹ ਸੀ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਜਿਹੜਾ ਦੀਵਾਨ ਸਾਹਿਬ ਦੀ ਮੰਜੀ ਦੇ ਵਿੱਚ ਸੀ ਕਬਜ਼ਾ, ਉਹਨਾਂ ਨੇ ਕਰ ਲਿਆ ਸੀ ਜੀ। ਇਹਨਾਂ ਦੀ ਤਲਵੰਡੀ ਕੰਸਟੀਚੁਐਂਸੀ ਸੀ ਜੀ। ਤਾਂ ਸਾਰੇ ਅਕਾਲੀ ਦਲ ਕਹਿੰਦੇ ਵੀ ਆਪਣੀ ਤਾਰ ਹੋ ਗੱਲ ਵੀ ਜੇ ਉੱਥੇ ਅਖੰਡ ਪਾਠ ਪ੍ਰਕਾਸ਼ ਕਰਾਂਗੇ, ਵਿਸਾਖੀ ਮਨਾਉਣੀ ਆਪਾਂ। ਉਦੋਂ ਤੁਸੀਂ ਵਿੱਚ ਸੀ? ਉਦੋਂ ਜੀ ਨਾਲ ਸੀ ਜੀ, ਮਹਾਰਾਜ ਸਾਹਿਬ ਦੇ ਨਾਲ ਸੀ। ਤਾਂ ਅਸੀਂ ਉੱਥੇ ਮਹਾਰਾਜ ਨੇ ਪ੍ਰਕਾਸ਼ ਕੀਤਾ, ਨਾਲ ਰਹੇ ਉੱਥੇ ਤੱਕ ਜਿੰਨਾ ਕਰ ਭੋਗ ਨਹੀਂ ਪੈ ਜੀ। ਤੇ ਬਜ਼ੁਰਗੋ ਜੀ ਅੱਜ ਗੱਲ ਕਰੀਏ ਤਾਂ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ, ਅੱਜ ਜੇ ਪ੍ਰਕਾਸ਼ ਸਿੰਘ ਬਾਦਲ ਨਾਲ ਤੁਸੀਂ ਗੱਲ ਕਰਨੀ ਹੋਵੇ ਜਾਂ ਕੈਪਟਨ ਸਾਹਿਬ ਨਾਲ ਗੱਲ ਕਰਨੀ ਹੋਵੇ ਤਾਂ ਤੁਹਾਡੀ ਸੁਣਦੇ ਨੇ ਅੱਜ? ਨਹੀਂ ਜੀ, ਹੁਣ ਨਹੀਂ ਸੁਣਦੇ ਉਹ ਗੱਲ। ਕਾਰਨ ਤਾਂ ਇਹ ਹੈ ਵੀ ਇਹ ਫਰਕ ਬਹੁਤ ਪੈ ਗਿਆ ਜੀ। ਹੁਣ ਉਹਨਾਂ ਜਿਹੜਾ ਬੰਦਾ ਤਾਕਤ ਦੀ ਜਿਹੜੀ ਹੈਗੀ ਨਸ਼ੇ 'ਚ ਇੰਨਾ ਹੋ ਗਏ, ਪੈਸੇ 'ਚ ਹੋ ਗਏ, ਰਾਜਨੀਤੀ 'ਚ ਹੈਗੇ, ਲੋਕਾਂ ਤੱਕ ਜਿਹੜੀ ਮੈਂ ਕੁਛ ਇਸ ਤਰ੍ਹਾਂ ਦਾ ਵੀ ਜਿਹੜੇ ਪਿੰਡਾਂ 'ਚ ਕੱਟ ਕਰਦੇ ਆ। ਜਦੋਂ ਦਾ ਮੈਂ ਸਰਪੰਚ ਹੈ, ਮੈਨੂੰ ਪਤਾ ਵੀ ਅਗਲੀ ਵਾਰ ਇਲੈਕਸ਼ਨ ਲੜਨੀ ਹੈ ਜਾਂ ਨਹੀਂ ਲੜਨੀ, ਤਾਂ ਲੋਕਾਂ ਨਾਲ ਆਰਾਮ ਤਾਂ ਅੱਜ ਵੀ ਰੱਖਦਾ, ਫਿਰ ਵੀ ਰੱਖਦਾ। ਸਾਨੂੰ ਉੱਤੇ ਜੀ ਜਿਹੜੇ ਵੀ ਪਾਰਟੀ ਨੂੰ ਕੋਈ ਆ ਜਾਣਗੇ, ਅੱਜ ਫਲਾਣੇ ਥਾਂ ਬਰਸ ਭਰ ਕੇ ਜਾਣਗੇ, ਉਹਨਾਂ ਨੂੰ ਕੋਈ ਲੋੜ ਹੀ ਨਹੀਂ ਚੀਜ਼ ਦੀ ਜੀ ਵੀ ਵਰਕਰਾਂ ਦਾ। ਉਹਨਾਂ ਦਾ ਸਿਰਫ ਇੱਕੋ ਚੀਜ਼ ਹੈ ਵੀ ਵਰਕਰਾਂ ਨੂੰ ਜਿੱਦੇ ਲੋੜ ਪੈਂਦੀ ਉਹਦੇ ਕੱਟ ਕਰ ਲੈਂਦੇ ਆ, ਜਿੱਦੇ ਵੋਟਾਂ ਬੁਣੀਆਂ ਪਾ ਲੈਂਦੇ, ਉਸ ਤੋਂ ਬਾਅਦ ਮਨਾਈਆਂ ਕਰ ਜਾਂਦੇ। ਬਜ਼ੁਰਗੋ ਤੁਸੀਂ ਗੱਲ ਕਰੀ ਹੈ ਵੀ ਅੱਜ ਜਿਹੜੇ ਲੀਡਰ ਨੇ ਉਹ ਵਰਕਰਾਂ ਨੂੰ ਇਕੱਠੇ ਕਰਦੇ ਨੇ, ਪਰ ਇੱਕ ਪਾਰਟੀ ਨਵੀਂ ਨਿਕਲ ਕੇ ਸਾਹਮਣੇ ਆ ਗਈ ਸੀ ਪਿੱਛੇ ਜੇ, ਆਮ ਆਦਮੀ ਪਾਰਟੀ। ਹਾਂਜੀ, ਉਹਨਾਂ ਨੂੰ ਕਿਵੇਂ ਦੇਖਦੇ? ਨਹੀਂ, ਆਮ ਤਾਂ ਜਿਹੜੀ ਹੈਗੀ ਜਿਨ੍ਹਾਂ ਤੋਂ ਉਦੋਂ ਦੀ ਜਿਹੜੀ ਮੇਰੀ ਦੇਖਣ 'ਚ ਮੇਰੇ ਅੰਦਾਜ਼ੇ ਨਾਲ ਹੋਈ ਹੈ ਰਜਿੰਦਰ ਜੀ, ਮੈਂ ਇੱਕ ਅੰਦਾਜ਼ੇ ਨਾਲ ਦੇਖੀ ਹੈ, ਅਕਾਲੀ ਦਲ ਤੋਂ ਵੀ ਨਾਰਾਜ਼ ਸੀ ਢੀਂਡਸਾ ਸਾਹਿਬ ਤੋਂ। ਕਿਉਂਕਿ MP ਜਿਹੜਾ ਹੈਗਾ ਭਗਵੰਤ ਮਾਨ ਦੀ ਗੱਲ ਕਰ ਲਈਏ, ਆਪਣਾ ਜ਼ਿਲ੍ਹਾ ਸੰਗਰੂਰ ਨਾਲ ਸੰਬੰਧ ਰੱਖ ਲਈਏ ਆਪਾਂ ਵੀ, ਕਿਉਂਕਿ ਉਦੋਂ ਭਗਵੰਤ ਮਾਨ ਦਾ ਆਉਣਾ ਤੇ ਇੱਧਰ ਨਵੇਂ ਤੇ ਢੀਂਡਸਾ ਸਾਹਿਬ ਤੋਂ ਨਾਰਾਜ਼ ਸੀ। ਕਿਉਂ ਲੋਕਾਂ ਦੀ ਵਰਕਰਾਂ ਜਿਹੜੀ ਮੈਂ ਪਹਿਲਾਂ ਕਹਿ ਕੇ ਹਟਿਆ ਉਹੀ ਗੱਲ ਸੀ ਵੀ ਲੋਕਾਂ ਦੀ ਇਹ ਸਾਥ ਨਹੀਂ ਲੈਂਦੇ। ਤੇ ਜਿਹੜੇ ਕਾਂਗਰਸ ਵਾਲੇ ਸੀ ਆਪਣੇ ਦੱਦਾ ਹੋਰ ਅੱਗੇ ਜਿਹੜੇ ਉਦੋਂ ਉਹਨਾਂ ਤੋਂ ਨਹੀਂ ਵੀ ਆਪਣੇ ਵਿਜੇਂਦਰ ਸਿੰਘ ਵਾਲਾ, ਇਹ ਜਿੱਤ ਕੇ 5 ਸਾਲ ਮੁੜ ਕੇ ਲੋਕਾਂ ਦੀ ਸਾਰ ਨਹੀਂ ਲੈਤੀ। ਉਹ ਜਿਹੜੇ ਲੋਕ ਗੁੱਸੇ 'ਚ ਸੀ, ਨਾਰਾਜ਼ ਸੀ, ਵਰਕਰ ਮਨ ਭਰਿਆ ਹੋਇਆ ਸੀ, ਉਹਨਾਂ ਨੂੰ ਵੋਟ ਰਾਹੀਂ ਕੱਢਣਾ ਗੁੱਸਾ ਜੀ। ਉਹ ਵੋਟ ਜਿਹੜੀ ਭਗਵੰਤ ਮਾਨ ਨੂੰ ਪਾ ਗਏ, ਇਹ MP ਬਣ ਗਏ ਜੀ, ਉਹ ਅੱਗੇ ਦੁੰਦੇ ਜਾਣੇ ਜੀ। ਤੇ ਲੋਕਾਂ ਦੇ ਅੱਜ ਵੀ ਹੈਗੀ ਇਹ ਮਨ 'ਚ, ਕੋਈ ਰਾਜਨੀਤੀ ਵਾਲੀ ਗੱਲ ਨਹੀਂ ਇਹਨਾਂ ਦੇ ਵਿੱਚ ਵੀ, ਜਿਹੜੀ ਭਗਵੰਤ ਦੇ ਬਹੁਤਾ ਕਹਿ ਸਕਦਾ ਮੈਂ, ਪਰ ਉਹ ਕਲਾਕਾਰ ਹੈ। ਇਹਨੂੰ ਠੀਕ ਹੈ ਵੀ ਡਰਾਮੇ ਜਿਹੇ ਆਉਂਦੇ ਆ, ਗੱਲਾਂ ਗੁੱਲਾਂ ਬਾਤਾਂ ਸੁਣਾ ਜਾਂਦਾ, ਲੋਕ ਨਵੇਂ ਮੁੰਡੇ ਸੁਣ ਕੇ ਇਸ ਗੱਲ 'ਚ ਆ ਜਾਂਦੇ ਆ। ਪਰ ਆਉਣ ਵਾਲੇ ਟਾਈਮ 'ਚ ਜਿਵੇਂ ਕੱਸੂ ਤੇ ਖਰਗੋਸ਼ ਨਹੀਂ ਆਪ ਜਿਵੇਂ ਭੱਜ ਲਏ, ਉਹ ਖਰਗੋਸ਼ ਨੂੰ ਹੰਕਾਰ ਹੋ ਗਿਆ ਵੀ ਮੈਂ ਤਾਂ ਭੱਜ ਗਈ ਜਦੋਂ ਮਰਜ਼ੀ ਟੱਪ ਜਾ, ਉਹ ਵਿਸਲਾ ਹੋ ਗਿਆ। ਤੇ ਕੱਸੂ ਆਪਦੀ ਸਪੀਡ ਤੇ ਤੁਰਿਆ ਗਿਆ, ਉਹ ਆਪਦੀ ਜਿੱਤ ਮਦਦ ਕਰਕੇ ਪੂਰੀ ਜੀ। ਅੱਜ ਜੇ ਗੱਲ ਕਰੀਏ ਗਾਂ ਆਪਾਂ ਵਧੀਏ ਤਾਂ ਤੁਸੀਂ ਕਹਿਣਾ ਵੀ ਇੱਥੇ ਪੰਜਾਬ ਦੇ ਵਿੱਚ 3 ਪਾਰਟੀਆਂ ਰਹੀਆਂ। ਹਾਂਜੀ, ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ। ਜੇ ਰਹੀ ਗੱਲ ਗੱਠਜੋੜ ਟੁੱਟ ਗਿਆ ਅਕਾਲੀ ਦਲ ਦਾ ਤੇ BJP ਆ ਗਈ ਗਾ, 4 ਪਾਰਟੀਆਂ ਰਹੀਆਂ। ਅਸੀਂ ਕਿਸ ਨੂੰ ਚੁਣੀਆਂ? ਮੈਂ ਤਾਂ ਇਹ ਗੱਲ ਕਰਦਾ ਵੀ ਜਿਹੜੇ ਹੈਗੇ ਪੁਰਾਣੇ ਬੰਦਿਆਂ ਨੂੰ ਸਾਰਿਆਂ ਨੂੰ ਵੀ ਅਧਿਕਾਰ ਦੇਣਾ ਚਾਹੀਦਾ। ਨਵੇਂ ਮੁੰਡੇ ਬੇਦਾਗ ਨੇ, ਨਵੇਂ ਮੁੰਡਿਆਂ ਨੂੰ ਜੇ ਪੰਜਾਬ ਦਾ ਸਵਾਰਨਾ ਹੈ ਜਾਂ ਪੰਜਾਬ ਨੂੰ ਅੱਗੇ ਲਿਆਉਣਾ ਹੈ ਤਾਂ ਨਵੇਂ ਮੁੰਡਿਆਂ ਨੂੰ ਮੂਹਰੇ ਲਾਉਣਾ ਚਾਹੀਦਾ। ਤੁਸੀਂ ਸਿਆਸਤ ਦੇ ਵਿੱਚ ਰਹੇ, ਤੁਸੀਂ ਕਿਹਾ ਵੀ ਨਵੇਂ ਮੁੰਡਿਆਂ ਨੂੰ ਮੂਹਰੇ ਲਾਉਣਾ ਚਾਹੀਦਾ। ਨਵੇਂ ਮੁੰਡਿਆਂ ਦੇ ਵਿੱਚੋਂ ਹੀ ਜੇ ਭਗਵੰਤ ਮਾਨ ਦੀ ਗੱਲ ਕਰੀਏ, ਇੱਕ ਨਵਾਂ ਸੀ, ਉਸ ਨੂੰ ਮੂਹਰੇ ਲਾਇਆ। ਗੁਰਮੀਤ ਸਿੰਘ ਧੌਲੇ ਨੂੰ ਮੂਹਰੇ ਲਾਇਆ, ਆਪਣੀ ਏਰੀਏ ਦੇ ਵਿੱਚੋਂ ਕਮਾਲੂ ਨੂੰ ਮੂਹਰੇ ਲਾਇਆ। ਇੱਥੇ ਕੀ ਹੈ ਜੀ, ਜਿਹੜੀ ਤੁਸੀਂ ਗੱਲ ਕਰਦੇ ਹੋ ਭਗਵੰਤ ਮਾਨ ਦੀ, ਪਰਮਲ ਧੌਲੇ ਦੀ ਜਿਹੜੀ ਹੈਗੀ ਜੀ, ਜਿਹੜੀ ਉਹ ਨਾਰਾਜ਼ ਸੀ, ਲੋਕ ਜਿਹੜੇ ਹੈਗੇ ਸੀ ਵੀ ਅਕਾਲੀਆਂ ਤੋਂ ਨਾਰਾਜ਼ ਸੀ, ਕਾਂਗਰਸ ਤੋਂ ਨਾਰਾਜ਼ ਸੀ, ਉਹ ਇਹਨਾਂ ਨੂੰ ਪਾ ਕੇ ਵੋਟ। ਪਰ ਕੋਈ ਰਾਜਨੀਤੀ ਵਾਲਾ ਗੁਣ ਨਹੀਂ ਇਹਨਾਂ ਨੇ ਦੇਖਿਆ, ਤਾਂ ਪਰਮਲ ਧੌਲੇ 'ਚ ਕੋਈ ਕਿਤੇ ਇਹਨਾਂ ਨੇ ਸਾਰ ਲੈਤੀ ਹੈ। ਕਿਸੇ ਪਿੰਡ 'ਚ ਗਏ ਨੇ ਵੀ ਸਾਡੇ ਵਰਕਰ ਜਾਂ ਸਾਡੀ ਪਾਰਟੀ ਵੀ ਕਿਵੇਂ ਕਿਵੇਂ ਹੈਗੀ ਜੀ, ਕਿਸੇ ਘਰੇ ਦੇਖਿਆ ਇਹਨਾਂ ਨੇ। ਜਦੋਂ ਆਉਂਦੇ ਆ ਅਖਬਾਰਾਂ 'ਚ, TV ਵੀਡੀਓ ਚੈਨਲ ਦੇਖਿਆ, ਪਰ ਮੈਂ ਸਾਡੇ ਮੌੜੀ ਲੈ ਕੇ ਆਉਂਦੇ ਸਵੇਰ ਤੋਂ ਆਇਆ ਹੋਇਆ ਸ਼ਾਮ ਤੱਕ ਪੰਚਾਇਤਾਂ ਦੇ ਬਤੌਰ ਸਰਪੰਚ ਗਏ ਸੀ, ਉੱਤੇ ਕੋਈ ਜੀ ਪੁੱਛ ਗਿੱਛ ਨਹੀਂ ਰਹੀ ਸਾਨੂੰ, ਕਿਸੇ ਸਰਪੰਚ ਨੂੰ ਪੁੱਛਿਆ ਵੀ ਕਿੱਥੋਂ ਆਏ ਕਿੱਥੋਂ ਨਹੀਂ ਤਾਂ ਅਗਲਾ ਹਰੇਕ ਰਾਜਨੀਤੀ ਬੰਦਾ ਸਰਪੰਚਾਂ ਨੂੰ ਤਾਂ ਪੁੱਛਦੇ ਵੀ ਤੁਹਾਡੀ ਕੀ ਸਮੱਸਿਆ ਹੈ, ਕੀ ਗੱਲਾਂ ਨੇ, ਕੀ ਤੁਹਾਡੇ ਪਿੰਡ 'ਚ ਹੈਗੀਆਂ ਸੀ, ਕੀ ਨਾ ਹੈਗੀਆਂ। ਬਜ਼ੁਰਗੋ ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਤਾਂ ਤੁਹਾਡੀ ਜ਼ਿੰਦਗੀ ਦੇ ਫੇਰ ਹੋਣੇ ਆ। ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਕਾਫੀ ਸੰਘਰਸ਼ ਲੜੇ ਨੇ। ਸੰਘਰਸ਼ਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਤਜਰਬਾ ਸੀ ਉਹ ਰਿਹਾ ਗਾ?
ਤਜਰਬਾ ਤਾਂ ਇਹ ਹੈ ਵੀ ਜਿਹੜੀ ਸਰਕਾਰ ਹੈ ਜਿਹੜੇ ਤਜਰਬਿਆਂ ਨੂੰ ਤਾਂ ਇਹ ਜੀ ਚੀਜ਼ ਦਾ ਮੌਕੇ ਤਾਂ ਹਰ ਪਲ ਇਹਨਾਂ ਦੀ ਕੋਈ ਨਾ ਕੋਈ ਕਾਰ ਕੱਢਦੇ ਰਹਿੰਦੇ ਨੇ। ਆ ਜਿਵੇਂ ਹੁਣ ਕਿਸਾਨਾਂ ਦੀ ਜਿੱਤ ਹੈ, 3 ਕਾਨੂੰਨ ਬਣਾਏ, 3 ਤੋਂ 5 ਵਿੱਚ ਅੱਗ ਲਾਉਣ ਦਾ ਕਰਤਾ ਇਹਨਾਂ ਨੇ, ਉਹ ਨਵੇਂ 2 ਵਿੱਚ ਖੜੇ ਕਰਤੇ। ਆ ਹੁਣੇ ਜਿਹੜੀ ਹੈਗੀ ਤੌਰ ਤੇ ਉਹ 5 ਮਗਰ ਰਹਿ ਗਏ, ਆ ਨਵਾਂ ਖੜਾ ਕਰਤਾ ਯਾਰਤੀਆਂ ਵਾਲਾ ਜੀ ਵੀ ਭਾਵੇਂ ਲਿਆਓ ਜਮਾਬੰਦੀ ਲਿਆਓ, ਸਿੱਧੇ ਜ਼ਿਮੀਂਦਾਰਾਂ ਦੇ ਖਾਤੇ 'ਚ ਪਾਵਾਂਗੇ। ਐਂ ਤਾਂ ਕਹਿੰਦੇ ਅੱਜ ਅਗਲੇ ਹਫ਼ਤੇ ਜਦੋਂ ਜਾਊਗਾ ਕੋਈ ਨਵੀਂ 7-8 ਕੋਈ ਨਵਾਂ ਕੱਢ ਲੈਣਗੇ ਜੀ ਇਹ। ਦੇਣ ਦੀ ਬਜਾਏ ਜਿੰਨਾ ਜ਼ਿਕਰ ਕੋਈ ਹੈ ਤਾਂ ਕਹਿੰਦਾ ਦੀ ਨਹੀਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਜੀ। ਕੱਲ ਬੀਜੇਪੀ ਦੇ ਲੀਡਰ ਨੂੰ ਆਸ ਨਗਾ ਕਰਕੇ ਕੁੱਟਮਾਰ ਕੀਤੀ ਜਾਂਦੀ ਆ, ਉਹਨਾਂ ਨੂੰ ਕਿਵੇਂ ਦੇਖਦੇ ਹੋ ਮਲੋਟ ਦੇ ਵਿੱਚ? ਉਹ ਤਾਂ ਇਹ ਜੀ ਮੇਰੇ ਅੰਦਾਜ਼ੇ ਨਾਲ ਤਾਂ ਵੀ ਸਾਰੇ ਜਿੰਨੇ ਰਾਜਨੀਤੀ ਉਦਾਹਰਨ ਨਾਲ ਵੀ ਹੋਊਗੀ ਇਸ ਤਰ੍ਹਾਂ ਵੀ ਜਿਹੜੇ ਵਾਅਦੇ ਕਰਦੇ ਆ ਪੂਰੇ ਝੂਠੇ ਕਰ ਲੈਂਦੇ ਨੇ ਲੋਕ। ਉਦੋਂ ਵੋਟਾਂ ਲੈਣ ਦੇ ਮਾਰੇ ਸਿੱਧੇ ਲੋਕਾਂ ਨੂੰ ਚਾਰ ਜਾਂਦੇ ਆ ਵੀ ਅਸੀਂ ਆਹ ਕਰਾਂਗੇ ਬੁਢਾਪਾ ਬਟਨ ਲਾਵਾਂਗੇ ਜੀ, ਅਸੀਂ ਆਹ ਸਹੂਲਤਾਂ ਦੇਵਾਂਗੇ, ਮੁੜ ਕੇ 5 ਸਾਲ ਮੁੜ ਕੇ ਪਿੰਡਾਂ 'ਚ ਸਾਰ ਨਹੀਂ ਲੈਂਦੇ। ਇਹ ਇਸ ਤਰ੍ਹਾਂ ਦੀ ਹੋ ਗਏ 2022 'ਚ ਤਾਂ ਇਹ ਸਿਆਣੇ ਬਣ ਜਾਣਗੇ, ਝੂਠੇ ਵਾਅਦੇ ਕਰਨ ਨੂੰ ਹਟ ਜਾਣਗੇ, ਝੂਠ ਮਾਰਨ ਨੂੰ ਹਟ ਜਾਣਗੇ ਜੀ। ਪਰ ਆਪਣਾ ਸਿਧਾਂਤ ਤਾਂ ਇਹ ਕਹਿੰਦਾ ਵੀ ਜੇਕਰ ਕੋਈ ਘਰੇ ਦੁਸ਼ਮਣ ਵੀ ਆਏ ਉਹਦੀ ਵੀ ਦਸਤਾਰ ਨਹੀਂ ਲਾਉਣੀ ਚਾਹੀਦੀ। ਇਹ ਬੜੀ ਮੰਦਭਾਗੀ ਘਟਨਾ ਨਹੀਂ, ਇਹ ਤਾਂ ਠੀਕ ਹੈ ਵੀ ਮੁੰਡੇ ਹੈਗੇ ਜਜ਼ਬਾਤੀ ਗੁੱਸੇ ਦੇ ਭਰੇ ਹੋਏ ਨੇ, ਗੁੱਸੇ ਇੰਨਾ ਭਰ ਜਾਣਗੇ ਇਹਨਾਂ ਨੇ ਮੁੰਡਿਆਂ ਨੂੰ ਆਪ ਨੂੰ ਰੋਕਦੇ ਆ, ਕਿਸੇ ਨੂੰ ਆਪਾਂ ਨਵੇਂ ਮੁੰਡਿਆਂ ਨੂੰ ਰੋਕਦੇ ਆ। ਹੁਣ ਉਹ ਕਈ ਵਾਰੀ ਬੇਬਸ ਹੋ ਜਾਂਦੇ, ਗੁੱਸਾ ਸੈਂਟਰ ਸਰਕਾਰ ਪ੍ਰਤੀ ਇੰਨਾ ਗੁੱਸਾ ਵੱਧ ਗਿਆ, ਇਹਨਾਂ ਨੂੰ ਰੋਕਣਾ ਹੀ ਕਠਿਨਾਈ ਹੈ। ਤਾਂ ਸ਼ਾਇਦ ਪਤਾ ਨਹੀਂ ਕਿੱਥੇ ਜਾ ਕੇ ਗੱਲ ਰੁਕਣੀ ਹੈ। ਆਜ ਵੀ ਸਰਕਾਰ ਨੂੰ ਜਿਹੜਾ ਹੈਗਾ ਮੌਕਾ ਸੰਭਾਲ ਲੈਣਾ ਚਾਹੀਦਾ। ਥੋੜਾ ਜੇ ਆਪਾਂ ਗੱਲ ਕਰੀਏ ਤੁਹਾਡੀ ਜ਼ਿੰਦਗੀ ਦੇ ਉੱਪਰ, ਤਾਂ ਅੱਜ ਵਾਲੀ ਜ਼ਿੰਦਗੀ ਦਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਰਹਿਣ ਵਾਲੀ ਜ਼ਿੰਦਗੀ ਦਾ ਕਿੰਨਾ ਕੁ ਫਰਕ ਆ? ਦੇਖੋ ਜਿਹੜੀ ਉਦੋਂ ਤੇ ਜਿਹੜੀ ਬਾਦਲ ਸਾਹਿਬ ਨਾਲ ਦੇਖੋ ਮੈਂ ਕਹਿੰਦਾ ਵੀ ਦੇਖੋ ਉਹਨਾਂ ਦਾ ਤਾਂ ਮੁਕਾਬਲਾ ਸਾਡਾ ਕੀ ਹੈ, ਪਰ ਮੇਰੇ ਦੇਖਦੇ ਜਿਹੜੀਆਂ ਮੇਰੀ 66 ਸਾਲ ਦੀ ਉਮਰ ਹੋਈ ਹੈ, ਮੈਂ ਸਾਰੇ ਕਠਿਨਾਈਆਂ ਦੇਖਦੇ ਘਰ 'ਚ। ਪਹਿਲਾਂ ਮੈਂ ਕਟੜੇ ਵੀ ਦੇਖਿਆ, ਪਾਰਟੀਆਂ 'ਚ ਵੀ ਦੇਖਿਆ, ਹੁਣ ਵੀ ਦੇਖਦਾ, ਪਿੰਡ ਦਾ ਸਰਪੰਚ ਬਣ ਕੇ ਵੀ ਦੇਖੇ ਨੇ। ਦੇਖੋ ਜਿਹੜਾ ਬੰਦਾ ਕਠਿਨਾਈਆਂ ਦੇਖਦਾ ਉਹ ਕੋਈ ਇਸ ਤਰ੍ਹਾਂ ਦਾ ਸਟੈਪ ਜਿਹੜਾ ਹੈਗਾ ਨਹੀਂ ਚੱਕ ਸਕਦਾ, ਗਲਤ। ਪਰ ਉਹਦੀ ਜਿਹੜੀ ਕਦਰ ਕੀਮਤ ਹੈ, ਉਹਦਾ ਜਿਹੜਾ ਇਮਾਨਦਾਰੀ ਹੈ ਉਹ ਨਹੀਂ ਮਿਲਦੀ। ਜਿਹੜੇ ਅੱਜ ਕੱਲ੍ਹ ਝੂਠ ਸਮਾਨ ਮਾਰਦੇ ਆ ਉਹ ਫਾਇਦਾ ਕੱਟ ਜਾਂਦੇ ਆ, ਲੋਕਾਂ ਨੂੰ ਬੁੱਧੂ ਬਣਾ ਜਾਂਦੇ ਜੀ, ਵੋਟਾਂ ਲੈ ਕੇ ਗਾਹ ਬਣ ਜਾਂਦੇ। ਜਦੋਂ 5 ਸਾਲ ਹੁੰਦੇ ਆ ਫਿਰ ਕੋਈ ਨਾ ਕੋਈ ਕਾਰਡ ਕੱਢ ਲੈਂਦੇ ਵੀ ਹੁਣ ਜੇ ਆਹ ਬੋਲਣਾ ਜੀ, ਤੇ ਜੇ ਆਹ ਲੋਕਾਂ ਨੂੰ ਕਹਿਣਾ ਹੋਣਾ ਜੀ, ਉਹ ਬੋਲ ਜਾਂਦੇ ਆ, ਫਿਰ ਕਰ ਜਾਂਦੇ ਆ। ਪੰਜਾਬ ਦੇ ਲੋਕ ਸਿੱਧੇ ਜਾਂਦੇ ਨੇ। ਰਹਿੰਦੀ ਆ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ, ਮੈਂ ਕਹਿੰਦਾ ਵੀ ਇਦੋਂ ਵੱਡੀ ਕੋਈ ਨਹੀਂ ਦੁਨੀਆ ਦੇ ਵਿੱਚ। ਸਾਡੇ ਗੁਰੂ ਸਾਹਿਬਾਨ ਨੇ ਜਿਹੜਾ ਦਿੱਤਾ ਨੇ ਸਾਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ। ਆਪਦਾ ਘਰ-ਬਾਰ ਇਹ ਦਾਰਪਾ ਖਰਬੀ ਬਣ ਗਏ। ਉਹਨਾਂ ਨੇ ਕਿਹਾ ਵੀ 10 ਨੌਂ ਦੀ ਕਿਰਤ ਕਰੋ, ਕਿਰਤ ਕਰਨ ਦੀ ਬਜਾਏ ਇਹਨਾਂ ਦੀ ਭੁੱਖੇ ਨੂੰ ਮਾਰਦੇ ਆ, ਤੇ ਉਹਨਾਂ ਨੇ ਰੋਟੀ ਦਿੱਤੀ ਹੈ। ਤੇ ਇਹਦੇ 'ਚ ਬਹੁਤ ਫਰਕ ਹੈ। ਇਹ ਤਾਂ ਕੀ ਕਹਿੰਦੇ ਨੇ ਵੀ ਜਿਹੜੀ ਇਹ ਸਾਡਾ ਨਿਸ਼ਾਨ ਆ ਉਹ ਬਾਬੇ ਨਾਨਕ ਦੀ ਕੱਪੜੀ ਦਾ ਨਿਸ਼ਾਨ? ਨਾ ਜੀ ਕੋਈ ਮੈਂ ਤਾਂ ਦੇਖਦਾ ਨਹੀਂ। ਮੇਰੇ ਪਿੰਡ ਜਾ ਕੇ ਗੱਲ ਕਰਨਾ, ਅਕਾਲੀ ਦਲ ਵੇਲੇ ਕਰਨਾ, ਆਹ ਝਾੜੂ ਵਾਲਾ ਕਰੇ 5 ਸਾਲ ਪਹਿਲਾਂ ਤੇ ਭਗਵੰਤ ਮਾਨ ਰਹਿ ਗਿਆ। ਮੇਰੇ ਪਿੰਡ ਦੇ ਦੱਸੇ ਮਾਡਲ ਦਿੱਤੇ ਜੇ ਕੀ ਦਿੱਤਾ ਇਹਨੇ ਤੇ ਕੀ ਇਹਨਾਂ ਨੇ ਅਕਾਲੀ ਦਲਾਂ ਨੇ ਦਿੱਤਾ? ਆਪਣੇ ਪਿੰਡ ਦੇ ਵਿੱਚ ਇਹ ਚੀਜ਼ਾਂ ਕਰਨ। ਮੇਰੇ ਨਾਲ ਜਵਾਬ ਤੁਹਾਨੂੰ ਕਰਨਾ ਵੀ ਜਿੱਦਾਂ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ ਅੱਜ ਤੱਕ 72 ਸਾਲ ਹੋ ਗਏ ਵੀ ਮੁੱਖ ਸੁੱਥੇ ਨੂੰ ਕੀ ਦਿੱਤਾ ਜੀ? ਹਰੇਕ ਵਾਰੀ ਲਾਰੇ ਲਾ ਜਾਂਦੇ ਆ, ਵੋਟਾਂ ਲੈ ਜਾਂਦੇ, ਉਸ ਤੋਂ ਬਾਅਦ ਜਾ ਕੇ ਭੁੱਲ ਜਾਂਦੇ ਨੇ ਦਿੱਲੀ ਅਤੇ ਚੰਡੀਗੜ੍ਹ ਜਾ ਕੇ ਦਿੱਲੀ ਵੀ ਕੀ ਪੰਜਾਬ ਕਿੱਥੇ ਕਿੱਥੇ ਨਹੀਂ ਹੈਗਾ, ਜਾਂ ਉਹਦਾ ਪਿੰਡ ਕਿੱਥੇ ਦੇ। ਤੇ ਕੈਪਟਨ ਸਾਹਿਬ ਦੇ ਨਾਲ ਰਹੇ, ਕੈਪਟਨ ਸਾਹਿਬ ਨਾਲ ਕੋਈ ਪਹੁੰਚ ਹੋਈ ਹੈ ਇਸ ਗੱਲ ਦੀ? ਪਹੁੰਚ ਤਾਂ ਜੀ ਉਹਦੀ ਜਿਹੜੀ ਸੁਰੱਖਿਆ ਜੀ ਉੱਥੇ ਜਿਹੜੇ ਹੈਗੇ ਪੀਏ ਸੀਗੇ ਹੁਣ ਇੰਨੇ ਆ, ਕੋਈ ਬੰਦਾ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਜੀ। ਤੇ ਮਹਾਰਾਜ ਸਾਹਿਬ ਜੇ ਚਾਹਣਾ ਤਾਂ ਪਿੰਡਾਂ 'ਚ ਗੱਲ ਕਰਨ। ਜਿਹੜੇ ਮੇਰੇ ਮਨ 'ਚ ਜਿਹੜੇ ਪਿਛਲੇ ਅਸੀਂ ਦੇਖਿਆ ਜੀ 85-86 ਦੇ ਵਿੱਚ ਅਸੀਂ ਜਾਂਦੇ ਸੀ, ਜਦੋਂ ਖਾਣ ਤੋਂ ਬਾਅਦ ਪੂਰਾ ਜੋਰ ਤੇ ਸੀ, ਕੋਈ ਨਿਕਲਦਾ ਨਹੀਂ, ਅਸੀਂ ਉਹਨਾਂ ਹੀ ਟਾਈਮ ਦੇ ਨਾਲ ਰਹੇ। ਉਦੋਂ ਸਾਡੀ ਲੋੜ ਸੀ, ਹੁਣ ਵੀ ਲੋੜ ਹੋ ਸਕਦੀ ਹੈ, ਪਰ ਹੁਣ ਲੋੜ ਨਹੀਂ ਰਹੀ ਸਾਡੀ। ਫਰਕ ਪੈ ਗਿਆ। ਹੁਣ ਸਰਕਾਰੀ ਮੁਲਾਜ਼ਮ ਮਿਲ ਗਏ, ਉਦੋਂ ਬੰਦੇ ਨਹੀਂ ਮਿਲਦੇ। ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਮੰਜੀ ਆਪਣੇ ਤਲਵੰਡੀ ਸਾਬੋ ਸਟੇਜ ਤੇ ਜਿਹੜਾ ਉੱਤੇ ਪੈ ਗਿਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਪ੍ਰਕਾਸ਼ ਕਰਨ ਦਾ, ਜਥੇਬੰਦੀਆਂ ਗਰਮ ਖੈਲੀਆਂ ਦੇ ਉੱਤੇ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਸਾਡੇ ਇੱਧਰੋਂ ਪਾਰਟੀ ਦਾ ਹੋ ਗਿਆ ਵੀ ਬਾਦਲ ਸਾਹਿਬ ਕਹਿੰਦੇ ਵੀ ਮਹਾਰਾਜ ਸਾਹਿਬ ਤੁਹਾਡੀ ਕੰਸਟੀਟਿਊਂਸੀ ਤਲਵੰਡੀ ਸਾਬੋ ਤੋਂ ਜਿੱਤੇ ਹੋ, ਤੁਸੀਂ ਉੱਥੇ ਅਖੰਡ ਪਾਠ ਪ੍ਰਕਾਸ਼ ਕਰੋ, ਤੁਸੀਂ ਲਾਓ ਡਿਊਟੀ ਉੱਥੇ ਮੁੰਡਿਆਂ ਦੀ। ਤਾਂ ਅਸੀਂ ਉੱਥੇ ਗਏ ਜੀ, ਉੱਥੇ ਆਪਦਾ ਅਖੰਡ ਪਾਠ ਪ੍ਰਕਾਸ਼ ਕੀਤਾ। ਤਾਂ ਪੂਰੇ ਚੀਜ਼ਾਂ ਅਸੀਂ ਰੱਖਿਆ ਉੱਥੇ ਪੈਟਰੋਲ ਜਾਂ
ਤੇ ਅੱਜ ਕੀ ਉਲਾਂਭਾ ਦਿਓਗੇ ਲਾਸਟ ਦੇ ਵਿੱਚ? ਤੁਹਾਡੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਹੇ ਨੇ, ਕੈਪਟਨ ਸਾਹਿਬ ਰਹੇ ਨੇ ਤੁਹਾਡੇ ਨਾਲ, ਤੁਸੀਂ ਉਹਨਾਂ ਦੇ ਨਾਲ ਰਹੇ ਹੋ, ਅੱਜ ਉਹਨਾਂ ਨੂੰ ਉਲਾਂਭਾ ਕੀ ਦਿਓਗੇ? ਤੁਸੀਂ ਤਾਂ ਉਸੇ ਘਰ ਦੇ ਵਿੱਚ ਜੀ ਅਸੀਂ ਵਾਰ-ਵਾਰ ਜਿਹੜੀ ਗੱਲ ਕਰਦੇ ਆ, ਅੱਜ ਤਾਂ ਮੈਂ ਆਪਦੇ ਕੋਲੋਂ ਜਿਹੜੀ ਗੱਲ ਦੇਖੀ ਆ ਹੁਣ ਤੱਕ ਦਾ 60 ਸਾਲ ਦਾ ਤਜਰਬਾ ਕੱਢ ਕੇ, ਭਾਵੇਂ ਕੈਪਟਨ ਸਾਹਿਬ ਹੈ ਭਾਵੇਂ ਬਾਦ ਸਾਹਿਬ, ਇਹ ਤੇ ਹੀ ਅਮੀਰ ਬੰਦੇ ਨੇ ਜੀ। ਕੋਈ ਇਹਨਾਂ ਨੂੰ ਗਰੀਬਾਂ ਤੱਕ ਕੋਈ ਸਾਰ ਨਹੀਂ ਵੀ ਸਾਡਾ ਵਰਕਰ ਹੈ ਜਿਹੜਾ ਵੀ ਕਿਹੜੀ ਕਸਟ 'ਚ ਕਿੱਥੇ ਤੁਰਿਆ ਜਾ ਰਿਹਾ, ਭੁੱਖਾ ਹੈ ਕਿਤੇ ਆਇਆ ਜਾਂ ਕੀ ਹੈ, ਕੀ ਕਸ਼ਟ ਨੇ, ਕੀ ਤਕਲੀਫਾਂ ਨੇ, ਕੀ ਨਹੀਂ। ਇਹ ਤਾਂ ਆਪਦੇ ਸਾਹੀ ਘਰਾਣਿਆਂ ਦੀਆਂ ਗੱਲਾਂ ਨੇ, ਕੋਈ ਸਾਰ ਨਹੀਂ ਵਰਕਰਾਂ ਦੀ ਲੈਂਦੇ ਨਾ। ਇਹਨਾਂ ਨੂੰ ਇੱਥੋਂ ਤੱਕ ਹੈਗਾ, ਇਹਨਾਂ ਦਾ ਰਾਜ ਕਰਨ ਦਾ ਆ ਜਾਂਦਾ ਵੀ ਅੱਜ 5 ਸਾਲ ਪਹਿਲਾਂ 10 ਸਾਲ ਸੁਖਬੀਰ ਬਾਦਲ ਕਰ ਗਿਆ, ਹੁਣ ਇਹ ਕਰ ਦਿਓ ਅਗਲੇ ਸਾਲ ਨੂੰ ਫਿਰ ਇਹਨਾਂ ਦੀ ਪਲਾਨ ਬਣਦੀ ਹੈ ਵੀ ਜੇ ਬਾਦਲ ਆਇਆ ਤਾਂ ਕੈਪਟਨ ਆ ਵੀ ਇਹਨਾਂ ਦੋਨਾਂ ਤਿੰਨਾਂ ਤੋਂ ਤੀਜੇ ਨੂੰ ਇਹ ਆਉਣ ਨਹੀਂ ਦਿੰਦੇ ਅੱਗੇ ਜੀ। ਰੂਪ ਸਿੰਘ ਜਥੇਦਾਰ ਨੇ ਕਿੰਨਾ ਕੁ ਕੁਛ ਬਣਾਇਆ ਸਿਆਸਤ ਦੇ ਵਿੱਚ? ਮੈਂ ਤਾਂ ਇਹ ਬਣਾਇਆ ਵੀ 2.5 ਕਿੱਲੇ ਮੇਰੇ ਜ਼ਮੀਨ ਦੇ ਵਿੱਚ ਗਏ ਜੀ ਰਾਜਨੀਤੀ ਦੇ ਵਿੱਚ, ਤੇ ਹੁਣ ਵੀ ਜਾ ਕੇ ਪਤਾ ਕਰ ਸਕਦੇ ਹੋ, ਨੇੜੇ ਤੇੜੇ ਵੀ ਜਾ ਕੇ ਪਤਾ ਕਰ ਸਕਦੇ ਹੋ ਵੀ ਜਿਹੜੀ ਕੋਈ ਫੀਮ ਭੁੱਕੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਕੀਤਾ ਪਾਰਟੀ ਵਿੱਚ ਤਾਂ ਪਹਿਲਾਂ ਵੀ ਕਰਦੇ ਜੀ, ਵਫਾਦਾਰੀ ਹੁਣ ਵੀ ਕਰਦੇ ਆ। ਮੈਂ ਤਾਂ ਇਹ ਕਹਿੰਦਾ ਜੀ ਵੀ ਪੰਜਾਬ ਦਾ ਪਬਲਿਕ ਦਾ ਸਾਡੇ ਗੁਰੂ ਸਾਹਿਬਾਨਾਂ ਦੇ ਆਦੇਸ਼ਾਂ ਦੇ ਜਿਹੜੇ ਚੱਲਣੇ ਚਾਹੀਦੇ। ਪਰਮਾਤਮਾ ਤੋਂ ਡਰ ਕੇ ਹਰ ਵਕਤ ਮੇਰੀ ਤਾਂ ਇੱਕ ਖੁਦਾ ਦੇ ਅੱਗੇ ਅਰਦਾਸ ਹੈ ਕਿ ਮਹਾਰਾਜ ਪਰਮਾਤਮਾ ਤੋਂ ਡਰ ਕੇ ਕੰਮ ਕੋਈ ਫੈਸਲਾ ਕਰਦੇ। ਮੈਂ ਤਾਂ ਜੇ ਪਿੰਡ 'ਚ ਕੰਮ ਕਰਦੇ ਤਾਂ ਵੀ ਮਹਾਰਾਜ ਨੂੰ ਨਾਜ਼ਰ ਸਮਝ ਕੇ ਕਰਦੇ ਵੀ ਕੋਈ ਮਹਾਰਾਜ ਕਿਸੇ ਦੇ ਖਿਲਾਫ, ਕਿਸੇ ਦੇ ਨਿਆਂ, ਕਿਸੇ ਦੇ ਅਦਰਸ਼ਿਤਾ ਨਾ ਲੱਗਣਗੇ ਜੀ। ਮੇਰੀ ਮਨ ਦੀ ਸਿਰਫ ਇਹ ਹੈ। ਹੋਰ ਕੀ ਸੰਦੇਸ਼ ਦੇਵੋਗੇ ਲੋਕਾਂ ਨੂੰ? ਤਾਂ ਅਸੀਂ ਕਹਿੰਦੇ ਜੀ ਵੀ ਨਵੇਂ ਮੁੰਡੇ ਜਿਹੜੇ ਬੇਦਾਗ ਹੈ ਉਹਨਾਂ ਨੂੰ ਪਾਰਟੀ ਦੇ ਵਿੱਚ ਵੱਡੇ ਪੱਧਰ 'ਤੇ ਜੇ ਪੰਜਾਬ ਦਾ ਭਲਾ ਕਰਨਾ ਜਾਂ ਚੰਗੀ ਤਰੱਕੀ ਕਰਨੀ ਹੈ ਤਾਂ ਸਾਨੂੰ ਮੁੰਡਿਆਂ ਨੂੰ ਅੱਗੇ ਲਾਉਣਾ ਚਾਹੀਦਾ। ਤੁਸੀਂ ਢੀਂਡਸਾ ਸਾਹਿਬ ਦੀ ਗੱਲ ਕੀਤੀ, ਢੀਂਡਸਾ ਸਾਹਿਬ ਨੇ ਤਾਂ ਆਪ ਪਾਰਟੀ ਤਿਆਰ ਕਰਦੀ। ਢੀਂਡਸਾ ਸਾਹਿਬ ਤਾਂ ਜੀ ਹੁਣ ਕੀ ਦੱਸੀਏ, ਟਾਇਰ ਜਿਵੇਂ 5 ਟਾਇਰ ਹੁੰਦੇ ਸਟਿੱਪਣੀ ਉਦੋਂ ਲੋਡ ਹੁੰਦੇ ਲਾ ਲੈਂਦੇ ਆ। ਅੱਜ ਇਹ ਕਿੱਥੇ ਗਏ ਜੀ? ਉਦੋਂ ਬਾਅਦ ਤੇ ਇਹ ਇੱਕ ਸੀ, ਤੇ ਜੇ ਅੱਜ ਪੰਜਾਬ ਦਾ ਹਿੱਸਾ ਢੀਂਡਸਾ ਸਾਹਿਬ ਨੂੰ ਤਾਂ ਉਦੋਂ ਕਿਉਂ ਨਹੀਂ ਬੋਲੇ? ਆਵਾਜ਼ ਦੀ ਉਠਾਈ ਨੇ ਜਦੋਂ ਪੁੱਛ-ਗਿੱਛ ਘੱਟ ਜਾਂਦੇ ਜੀ। ਮੈਂ ਮਤਲਬ ਮੇਰੇ ਤੇ ਵੀ ਇਹ ਗੱਲ ਆਉਂਦੀ ਹੈ, ਅੱਜ ਜੀ ਕਹਿੰਦੇ ਵੀ ਅਕਾਲੀ ਨਾਲ ਵੀ ਵਰਤ ਕੇ ਦੇਖਿਆ ਮੈਂ ਪਾਰਟੀ 'ਚ ਰਹਿ ਕੇ, ਤੇ ਕਾਂਗਰਸ ਵੀ ਰਹਿ ਕੇ ਦੇਖਿਆ ਜੀ। ਇਹਦਾ ਇੱਕ ਲੋੜ ਹੈ, ਜਦੋਂ 5 ਟਾਇਰ ਦੀ ਲੋੜ ਹੈ ਲਾ ਲਓ, ਨਹੀਂ ਤਾਂ ਪਤਾ ਨਹੀਂ ਹਵਾਈ ਤੋਂ ਦੇਖਣ ਜਦੋਂ ਲੋੜ ਪੈਣ ਤੇ ਪਤਾ ਲੱਗਦਾ ਵੀ ਟਾਇਰ 'ਚ ਹਵਾ ਹੈਗੀ ਕਿ ਨਾ ਹੈਗੀ ਜੀ। ਉਹ ਗੱਲ ਨਹੀਂ ਢੀਂਡਸਾ ਸਾਹਿਬ ਦੀ ਹੈ ਜੀ। ਤੁਹਾਡੇ ਨਾਲ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਆਏ ਸੀਗੇ ਵਿੱਚ ਦੀ ਪਾਰਟੀ, ਉਹਨਾਂ ਦੀ ਕਾਫੀ ਕਾਮਯਾਬੀ ਨਹੀਂ। ਲੋਕਾਂ ਨੇ ਜਿਹੜੀ ਸਿਮਰਜੀਤ ਮਾਨ ਸੀ ਬੇਦਾਗ ਸੀ, ਇਮਾਨਦਾਰ, ਹੁਣ ਵੀ ਮੈਂ ਮੰਨਦਾ ਵੀ ਉਹ ਸੱਚੇ ਸੁੱਚੇ ਬੰਦੇ ਆ, ਕੋਈ ਉਹਨਾਂ ਨੇ ਲਾਲਚ ਜ਼ਰੂਰ ਨਹੀਂ ਕੀਤਾ, ਪਰ ਉਹ ਰਾਜਨੀਤੀ ਦੇ ਕਾਬਲ ਨਹੀਂ ਹੈ। ਸਿਰਫ ਉਹ ਸੱਚੇ ਸੁੱਚੇ ਹੁੰਦੇ, ਇੱਕ ਰਾਜਨੀਤੀ ਜੋ ਉਹਨਾਂ ਨੂੰ ਨਹੀਂ ਆਉਂਦੀ। ਜਿਵੇਂ ਲੋਕਾਂ ਨੇ ਸਰਬੱਤ ਜੇਲ੍ਹ 'ਚ ਬੈਠਣ ਨੂੰ 11 MP ਜਿਤਾਏ, 2 ਕਾਂਗਰਸ ਜਿੱਤੇ, ਗੁਰਦਾਸਪੁਰ ਤੋਂ, 1 ਅੰਮ੍ਰਿਤਸਰ ਤੋਂ। ਇੰਨੀ ਤਾਕਤ ਦਿੱਤੀ ਹੋਈ ਕਿਸੇ ਨੂੰ ਅੱਜ ਤੱਕ ਮੇਰੇ ਹੁੰਦੇ 60 ਸਾਲ ਕਿਸੇ ਪਾਰਟੀ ਨੇ ਨਹੀਂ ਦਿੱਤੀ ਤਾਕਤ। ਵੈਸੇ ਉਹ ਰਾਜਨੀਤੀ ਨਾ ਹੋਣ ਕਰਕੇ ਉਹਨਾਂ ਨੂੰ ਤਾਕਤ ਰਾਜਨੀਤੀ ਨਹੀਂ ਸੰਭਾਲੀ ਗਈ। ਉਹਨਾਂ ਨੇ ਹੋਰਾਂ ਦੇ ਹੱਥ ਜਾ ਕੇ ਜਾਂ ਮੌਕੇ 'ਤੇ ਉਹਨਾਂ ਨੂੰ ਨਾ ਸੁਝੀ ਜਾਂ ਦਬਾਅ ਬਣਾਈ ਰੱਖਿਆ ਦੂਜੇ ਵਰਕਰਾਂ ਨੇ ਉਹਦੇ ਫਿਰ ਤੱਕ ਦਾ ਕਹਿ ਨਹੀਂ ਸਕਦਾ ਮੈਂ ਵੀ ਕਿਉਂ ਨਹੀਂ ਕੀਤਾ। ਮੁੰਡਾ ਦੇਖੋ ਮੈਂਬਰ ਕੋਈ ਵਿਧਾਨ ਸਭਾ ਜਾਂ ਸ਼੍ਰੋਮਣੀ ਕਮੇਟੀ 'ਚ ਕੋਈ ਮੈਂਬਰ ਵੀ ਨਹੀਂ ਜਿੱਤੇ ਜੀ, ਤੇ ਉਦੋਂ 11 MP ਜਿੱਤੇ ਜੀ। ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਹਾਂ, ਸ਼੍ਰੋਮਣੀ ਕਮੇਟੀ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੰਦੇ ਜ਼ਿਆਦਾਤਰ ਨਹੀਂ। ਅਸਲੀ ਜਿਹੜਾ ਹੈ ਇਹਨਾਂ ਦਾ ਕਬਜ਼ਾ ਜੀ, ਉਹ ਕਹਿ ਨਹੀਂ ਸਕਦੇ। ਸੁਰਿੰਦਰ ਕੌਰ ਮਰੀ ਤਾਂ ਕਿੱਥੇ ਤੇ ਮਲੋਟ ਤੇ ਲੱਡੂ ਦੀ ਲਿਪੀਆਂ ਨਹੀਂ ਗਏ। ਇਹਦਾ ਬੰਦਾ ਉਹੀ ਬਣਾਉਂਦਾ ਜੀ ਜਿਹਨਾਂ ਨੂੰ ਇਹਨਾਂ ਦੇ ਗੁੱਠਾ ਦਾ ਕੋਈ ਜਿਹਨੂੰ ਪ੍ਰਧਾਨ ਵੀ ਉਹੀ ਬਣਦਾ। ਜਿਹੜੇ ਲੋਕ ਚਾਹੁੰਦੇ ਆ ਜੀ, ਦੇਖੋ ਮੈਂ ਇੱਕ ਦੇਖਿਆ ਵੋਟ ਲੋਕਾਂ ਨੇ ਪਿੰਡਾਂ 'ਚ ਇਕੱਠ ਕਰ ਲੈਣ। ਮੈਂ ਕਹਿੰਦਾ ਜੀ ਬਾਦਲ ਭਾਵੇਂ ਕੈਪਟਨ ਹੈ, ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਆ, ਲੋਕ ਤੈਨੂੰ ਚਾਹੁੰਦੇ ਹੀ ਨਹੀਂ, ਪਿੰਡਾਂ 'ਚ ਕੋਈ ਜਾਂਦੇ ਆ ਕਿਉਂ ਰੈਲੀਆਂ ਰੱਖਦੇ ਆ? ਜੇ ਲੋੜ ਹੋਈ ਤਾਂ ਇਹਨਾਂ ਦੇ ਕੋਠੀਆਂ 'ਚ ਜਾਣਗੇ, ਚੰਡੀਗੜ੍ਹ ਜਾਣਗੇ, ਜਾਂ ਉੱਤੇ ਜਾਣਗੇ, ਜਾਂ ਪਟਿਆਲੇ ਬਹਿ ਜਾਣ ਜਾ ਕੇ ਉੱਥੇ। ਜੇ ਲੋਕਾਂ ਦਾ ਹਿੱਤ ਹੋਊ, ਪਾਰਟੀ ਨੂੰ ਜਿਉਣਾ ਰੱਖਣਾ ਇਹਨਾਂ ਨੇ, ਤਾਂ ਲੋਕ ਆਪਣੇ ਆਪ ਚੱਲ ਕੇ ਜਾਣਗੇ ਵੀ ਆਓ ਜੀ ਬਾਲ ਸਾਹਿਬ ਜਾਂ ਉਹ ਕੈਪਟਨ ਸਾਹਿਬ ਵੀ ਮਹਾਰਾਜ ਸਾਹਿਬ ਤੇ ਚਲੋ। ਲੋਕ ਤਾਂ ਕਹਿਣਾ ਛੱਡੋ ਨੂੰ ਫਿਰਦੇ, ਇਹ ਤਾਂ ਮੂਹਰੇ ਮੱਲੋ ਮੱਲੇ ਲੱਗ ਜਾਂਦੇ ਜੀ। ਹੋਰ ਆਖਰ ਦੇ ਵਿੱਚ ਕੀ ਅਪੀਲ ਕਰੋਗੇ ਆਪਦੇ ਯਾਰਾਂ ਦੋਸਤਾਂ ਨੂੰ ਜਿਹੜੇ ਤੁਹਾਡੇ ਨਾਲ ਰਹੇ ਨੇ, ਉਦੋਂ ਮਿਲਦੇ ਨੇ ਆ ਕੇ ਇੱਕ ਸਾਡੇ ਮਾਧਿਅਮ ਰਾਹੀਂ ਦੱਸੋਗੇ ਵੀ ਭਾਈ ਇਹ ਹਾਲੇ ਸਾਡੇ ਤਾਂ ਇਹ ਜੀ ਹੁਣ ਜਿਵੇਂ ਬਲਬੀਰ ਸਿੱਧੂ ਹੈ ਜੀ, ਇਹ ਵੀ ਥੋੜਾ ਜਿਹਾ ਹੁਣ ਮੰਤਰੀ ਬਣਨ ਕਰਕੇ ਅਰਜੇਵੇਂ ਵੱਧ ਗਏ ਜਾਂ ਕੋਈ ਹੋਰ ਹੋ ਜਾਂਦਾ, ਜ਼ਿੰਮੇਵਾਰੀ ਵੱਧ ਜਾਂਦੀ ਹੈ, ਥੋੜਾ ਫਰਕ ਪੈ ਜਾਂਦਾ ਬੰਦੇ ਨੂੰ। ਇੱਕ ਮੇਰੀ ਉਮਰ ਦੇ ਹਿਸਾਬ ਨਾਲ ਵੀ ਮੈਂ ਘੱਟ ਜਾਂਦਾ। ਪ੍ਰੀਤ ਮੈਨੂੰ ਕੋਟ ਭਾਈ ਮਿਲੇ ਹੈ,
ਇਹ ਰਿਪਬਲਿਕ ਕੰਪਨੀ 'ਚ ਕੰਮ ਕਰਦੇ ਰਹੇ ਹੈ ਤੇ ਅੱਜ ਵੀ ਉਹ ਭਰਾਵਾਂ ਨੂੰ ਹੀ ਮਿਲਦਾ ਹੈ ਜਿੱਥੇ ਮਰਜ਼ੀ ਕੋਈ ਐਮਐਲਏ ਵਾਲੀ ਗੱਲ ਨਹੀਂ ਕਰਦਾ ਉਹ। ਤੇ ਚੰਦੂ ਮਾਜਰਾ ਸੀ, ਅਰਜੀਤ ਬਾਲੀਆ ਸੀ, ਗੋਬਿੰਦ ਕਾਂਝਲਾ ਸੀ, ਇਹ ਮੇਰੇ ਸਾਰੇ ਮਗਰ ਹੁੰਦੇ ਸੀ। ਅੱਜ ਇਹ ਮੰਤਰੀ ਬਣ ਗਏ, ਅਸੀਂ ਪਿੰਡ 'ਚ ਮੈਂ ਸਰਪੰਚ ਕੀਤੇ ਹੈ। ਇਹ ਦੇਖੋ ਪਤਾ ਨਹੀਂ ਮੇਰੇ 'ਚ ਘਾਟ ਸੀ, ਪਤਾ ਨਹੀਂ ਇਹਨਾਂ ਦੇ ਗੁਣ ਸੀ ਚੰਗੇ, ਇਹ ਕਰਦੇ ਉਹ ਪੀਰ ਬਣ ਗਏ। ਸੋ ਗੱਲ ਕਰੀ ਆ ਅੱਜ ਜਥੇਦਾਰ ਰੂਪ ਸਿੰਘ ਦੇ ਨਾਲ, ਜਿਹੜੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਰਹੇ ਨੇ 15 ਤੋਂ 20 ਵਰੇ, ਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਦੇ ਨਾਲ ਵੀ ਰਹੇ ਨੇ। ਤੇ ਪਰ ਅੱਜ ਇਹਨਾਂ ਦਾ ਕਹਿਣਾ ਗਾ ਕਿ ਜਿਹੜੇ ਮੇਰੇ ਨਾਲ ਦੇ ਸੀਗੇ, ਮੇਰੇ ਤੋਂ ਪਿੱਛੇ ਸੀ, ਉਹ ਅੱਜ ਵਜ਼ੀਰ ਬਣ ਗਏ ਆ, ਉਹ ਅੱਜ ਵਜ਼ੀਰੀ ਦੀਆਂ ਕੁਰਸੀਆਂ ਤੇ ਬੈਠੇ ਆ, ਮੰਤਰੀ ਬਣ ਗਏ ਆ, ਤੇ ਅਸੀਂ ਹਜੇ ਸਰਪੰਚੀ ਦੀਆਂ। ਤੇ ਹੋਰ ਵੀ ਗੱਲਾਂ ਬਾਤਾਂ ਕਰੀਆਂ ਨੇ। ਗੱਲਾਂ ਬਾਤਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਇਹੀ ਆਇਆ ਕਿ ਇਹਨਾਂ ਦੀ ਜਿਹੜੀ ਜ਼ਮੀਨ ਆ 2.5 ਕਿੱਲੇ ਉਹ ਵੀ ਬੈ ਹੋ ਗਈ ਆ, ਉਹਨਾਂ ਪਾਰਟੀਆਂ ਦੇ ਪਿੱਛੇ, ਉਹਨਾਂ ਰਾਜਨੀਤਿਕ ਬੰਦਿਆਂ ਦੇ ਪਿੱਛੇ। ਸੋ ਇਸੇ ਤਰ੍ਹਾਂ ਹੋਰ ਵੀ ਮਿਲਾਵਾਂਗੇ ਤੁਹਾਨੂੰ ਜਿਹੜੇ ਅਜਿਹੇ ਸ਼ਖਸ ਨੇ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਨੇ, ਤੇ ਜਾਂ ਫਿਰ ਕੈਪਟਨ ਸਾਹਿਬ ਦੇ ਨਾਲ ਰਹੇ ਨੇ, ਤੇ ਜਾਂ ਫਿਰ ਕਿਸੇ ਹੋਰ ਪੋਲੀਟੀਕਲ ਪਾਰਟੀ ਦੇ ਨਾਲ ਰਹੇ ਨੇ। ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਤੇ ਕਿੰਨਾ ਕੁ ਉਹਨਾਂ ਨੇ ਇਹਨਾਂ ਪਾਰਟੀਆਂ ਦੇ ਵਿੱਚੋਂ ਪੈਸਾ ਕਮਾਇਆ। ਸੋ ਤੁਹਾਨੂੰ ਮਿਲਾਉਂਦੇ ਰਵਾਂਗੇ, ਜੁੜੇ ਰਹੋ ਸਰਖਾਲ ਟੀਵੀ ਦੇ ਨਾਲ। ਮੈਨੂੰ ਦਿਓ ਫਿਲਹਾਲ ਦੇ ਲਈ ਆਗਿਆ। ਹਰਜਿੰਦਰ ਸਿੰਘ ਢਿੱਲੋਂ ਨੂੰ ਧੰਨਵਾਦ ਜੀ।